नमस्कार, सत श्री अकाल ते गुड मॉर्निंग। डे एंड नाइट न्यूज़ ਦੇ ਜਾਗੋ ਪੰਜਾਬ ਸ਼ੋਅ ਵਿੱਚ ਤੁਹਾਡਾ ਸਵਾਗਤ ਹੈ। ਸਾਨੂੰ ਦੇਖ ਰਹੇ ਨਾਰਥ ਅਮਰੀਕਾ ਦੇ ਗਲੋਬਲ ਪੰਜਾਬ ਅਤੇ ਯੂਰਪ ਦੇ ਸੰਗਤ ਟੀਵੀ ਦੇ ਦਰਸ਼ਕਾਂ ਦਾ ਵੀ ਅਸੀਂ ਸਵਾਗਤ ਕਰਦੇ ਹਾਂ। ਘਰ ਸਾਫ਼ ਸੁਥਰਾ ਰੱਖਣ ਦੇ ਨਾਲ ਖੂਬਸੂਰਤ ਦਿਖਣਾ ਸਭ ਨੂੰ ਚੰਗਾ ਲੱਗਦਾ ਹੈ। ਘਰ ਦੀਆਂ ਸੁਆਣੀਆਂ ਘਰ ਨੂੰ ਸਜਾਉਣ ਵਿੱਚ ਕੋਈ ਕਸਰ ਨਹੀਂ ਛੱਡਦੀਆਂ। ਪਿਛਲੇ ਕਈ ਸਾਲਾਂ ਤੋਂ ਘਰਾਂ ਨੂੰ ਸਜਾਉਣ ਦਾ ਸਿਲਸਿਲਾ ਚੱਲ ਰਿਹਾ ਹੈ ਅਤੇ ਅੱਜ ਵੀ ਜਾਰੀ ਹੈ। ਬਸ ਇਸ ਵਿੱਚ ਕੁਝ ਬਦਲਾਅ ਆ ਗਏ ਨੇ। ਹੁਣ ਕਈ ਮਾਹਰ ਇਸ ਕਿੱਤੇ ਵਿੱਚ ਆ ਗਏ ਨੇ ਅਤੇ ਇਹ ਮਾਹਰ ਘਰਾਂ ਨੂੰ ਬਦਲ ਕੇ ਹੀ ਰੱਖ ਦਿੰਦੇ ਨੇ। ਅਜਿਹੀ ਹੀ ਇੱਕ ਸ਼ਖਸੀਅਤ ਅੱਜ ਸਾਡੇ ਸਟੂਡੀਓ ਵਿੱਚ ਮੌਜੂਦ ਹੈ। ਇਹ ਨੇ ਗੁਰਜੋਤ ਸ਼ਾਹ, ਜੋ ਕਿ ਇੰਟੀਰੀਅਰ ਡਿਜ਼ਾਈਨਰ ਨੇ ਅਤੇ ਲੈਕਚਰਰ ਵੀ ਰਹਿ ਚੁੱਕੇ ਨੇ। ਅਸੀਂ ਇਹਨਾਂ ਨਾਲ ਗੱਲਬਾਤ ਕਰਾਂਗੇ ਕਿ ਕਿਸ ਤਰ੍ਹਾਂ ਘਰਾਂ ਨੂੰ ਹੋਰ ਖੂਬਸੂਰਤ ਬਣਾਇਆ ਜਾ ਸਕਦਾ ਹੈ। ਗੁਰਜੋਤ, ਤੁਹਾਡਾ ਬਹੁਤ-ਬਹੁਤ ਸਵਾਗਤ ਹੈ। थैंक यू जी। गुरजोत, सब तो पहले यही जानना चाहेंगे कि इंटीरियर डिजाइनिंग आखिर की होंगी है, क्योंकि दो शब्द ने इंटीरियर डेकोरेशन ते इंटीरियर डिजाइनिंग। बिल्कुल सही गल है जी। काफ़ी कन्फ्यूजनस भी रही ने, काफ़ी साल लगे लोगों को समझण च भी कि इंटीरियर डिजाइनिंग की है तो इंटीरियर डेकोरेशन की है। हैगे दोनों यह जे डिसिपलिनस जो इकट्ठे चलते हैं, पर खासा डिफरेंस भी हैगा है। डिजाइनिंग अगर मैं तुहानूं ओहदी पूरी तरीके नाल दियां कि की हैगा, तो डिजाइनिंग इज स्पेस प्लैनिंग। स्पेस का कि तुहानूं देखो आर्कीटैक्ट खड़ा कर दिंदा स्ट्रक्चर, तो वो लोड बेयरिंग चीज़ से काम करता है। असी नॉन लोड बेयरिंग चीज़ से काम करते हैं। जो स्ट्रक्चर खड़ा हो गया वो अंदर की सारी प्लैनिंग, ਉਹਦੇ ਵਿੱਚ ਪਲੰਬਿੰਗ ਵੀ ਆ ਜਾਂਦੀ ਹੈ, 에ਅਰ ਕੰਡੀਸ਼ਨਿੰਗ ਵੀ ਆ ਜਾਂਦੀ ਹੈ, ਕਿੱਦਾਂ ਪਾਰਟੀਸ਼ਨਿੰਗ ਕਰਨੀ ਹੈ, ਕਿੱਦਾਂ ਸਪੇਸ ਨੂੰ ਡਿਵਾਈਡ ਕਰਨਾ ਹੈ, ਕੀ ਕਨਸੈਪਟ ਦੇਣਾ ਹੈਗਾ, ਕਿੱਦਾਂ ਲਾਈਟਿੰਗ ਦੇਣੀ ਹੈ, ਕਿਸ ਤਰੀਕੇ ਨਾਲ ਫਲੋਰਿੰਗ ਹੋਣਾ ਹੈ, ਸਾਰੀ ਟੈਕਨੀਕਲ ਡਿਟੇਲਸ ਮਿਲਾ ਕੇ ਉਹ ਡਿਜ਼ਾਈਨਿੰਗ ਦਾ ਪਾਰਟ ਹੈ। ਡੈਕੋਰੇਸ਼ਨ ਹੋ ਗਈ ਇੰਬੈਲਿਸ਼ਮੈਂਟ, ਮਤਲਬ ਸਜਾਵਟ। ਤੇ ਸਜਾਵਟ ਵਿੱਚ ਹੋ ਗਿਆ ਕਿ ਤੁਸੀਂ ਕੀ ਕਾਰਪਟ ਲਗਾਉਣਾ ਹੈ, कि अपहोल्स्ट्री लगानी है सोफिया ते, कि जी वॉल आर्ट लगाना है, वॉल पेंटिंग्स लगानी है, दीवार ते वॉल पेपर लगाना है। तो वो एक ज़्यादातर सजावटी साइड जो अंदरों बंदे दी लाइकिंग है उसनों रिफ्लैक्ट करता है। डिज़ाइनिंग है वो तुहानूं एजुकेशन चाहिए है, टेक्निकल बैकअप चाहिए है, और एक डिज़ाइनर डेकोरेटर का काम जरूर करता है, ਉਹਦਾ ਉਹ रिस्पॉन्सिबिलिटी है। पर एक डेकोरेटर ਨੂੰ डिज़ाइनर का काम करने ਲਈ एक क्वालिफिकेशन चाहिए है। सो दिस इज़ द बेसिक डिफरेंस बिटवीन इंटीरियर डिज़ाइनिंग एंड इंटीरियर डेकोरेशन। ਤੇ ਜੇ ਅਸੀਂ ਇੰਟੀਰੀਅਰ ਡਿਜ਼ਾਈਨਿੰਗ ਦੀ ਗੱਲ ਕਰੀਏ ਤਾਂ ਕਿਹੜੇ-ਕਿਹੜੇ ਮਟੀਰੀਅਲਸ ਨੇ ਜਿਹੜੇ ਇਸਤੇਮਾਲ ਹੁੰਦੇ ਨੇ, ਕਿਉਂਕਿ ਲੱਕੜ ਦੀਆਂ ਵੀ ਕੁਝ ਚੀਜ਼ਾਂ ਬਣੀਆਂ ਹੁੰਦੀਆਂ ਨੇ, ਕੁਝ ਪੱਥਰ ਤੋਂ ਬਣ ਜਾਂਦੀਆਂ ਨੇ। ਅੱਜ ਦੇ ਟਾਈਮ ਤੇ ਜੀ ਤੇ ਬਹੁਤ ਵੈਰਾਈਟੀ ਹੈ। आजकल फाइबर आया हुआ है, फाइबर ग्लास है, एक्रेलिक है, मेटल है, स्टील है, स्टेनलेस स्टील का लुक काफ़ी चल रहा है, ग्लास है, वुड है। सो आजकल तो देयर इज़ अ मिक्स ऑफ लॉट ऑफ स्टाइल्स ऑल्सो। तो बहुत मटीरियल्स यूज़ हो रहे हैं। बाहर ब्रिक यूज़ होती सी, आजकल अंदर भी इंटीरियर्स विच ब्रिक यूज़ हो रही है। स्टोन इज़ अ गुड पार्ट ऑफ डेकोरेशन ऑल्सो। सो देयर इज़ नो एंड एंड नो लिमिट टू मटीरियल्स बहुत टाइप के यूज़ हो रहे हैं, बहुत मिक्सचर्स यूज़ हो रहे हैं। ਹੁਣ ਜੇ ਅਸੀਂ ਗੱਲ ਕਰੀਏ ਕਿ ਘਰ ਨੂੰ ਅਸੀਂ ਸਜਾਣਾ ਹੈ, ਮੈਂ ਘਰ ਬਹੁਤ ਵੱਡੀ ਚੀਜ਼ ਕਹਿ ਲਈਏ ਕਿਉਂਕਿ ਹਰ ਅਲੱਗ-ਅਲੱਗ ਹੁੰਦੇ, ਇੱਕ ਬੈਡਰੂਮ ਹੋ ਗਿਆ, ਕਿਚਨ ਹੋ ਗਈ, ਤੇ ਉਹਦੀ ਡੈਕੋਰੇਸ਼ਨ ਕਿਸ ਤਰ੍ਹਾਂ ਹੁੰਦੀ ਹੈ? ਤੁਸੀਂ ਕੀ ਚੀਜ਼ਾਂ ਧਿਆਨ 'ਚ ਰੱਖਦੇ ਜੇ ਕਿ ਇਹਦੀ ਸਪੇਸ ਕਿੰਨੀ ਹੋਣੀ ਚਾਹੀਦੀ ਹੈ, ਰੰਗ ਕਿਹੜਾ ਹੋਣਾ ਚਾਹੀਦਾ ਹੈ? घर एक बहुत पर्सनलाइज जगह है जी। सो घर अपने हिसाब का असी हमेशा क्लाइंट ਨੂੰ ਕਹਿੰਦੇ ਆ ਕਿ ਤੁਸੀਂ ਰਹਿਣਾ ਹੈ, ਤੁਹਾਡੀ ਪ੍ਰੈਫਰੈਂਸਸ ਆਰ ਪ੍ਰਾਇੋਰਟੀ। ਸੋ ਘਰ ਵਿੱਚ ਟੈਕਨੀਕਲੀ ਚੀਜ਼ਾਂ ਧਿਆਨ ਰੱਖਦੇ ਹੋਏ ਪਰਸਨਲ ਪ੍ਰੈਫਰੈਂਸਸ ਨੂੰ ਵੀ ਅਸੀਂ ਬਹੁਤ ਮਹੱਤਵ ਦਿੰਦੇ ਆ। ਜਿਵੇਂ ਕਿਚਨ ਦੀ ਗੱਲ ਤੁਸੀਂ ਕੀਤੀ ਹੈ, ਕਿਚਨ ਵਿੱਚ ਇੱਕ ਲੇਡੀ ਜਿਹੜੀ ਉੱਥੇ ਕੰਮ ਕਰੇਗੀ ਉਹਦੀ ਹਾਈਟ ਕੀ ਹੈਗੀ ਹੈ, ਉਹਦਾ ਉਹ ਰੀਚ ਕਿੰਨਾ ਹੈਗਾ, ਅਗਰ ਉਹਨੇ ਕੁਝ ਸਮਾਨ ਚੁੱਕਣਾ ਹੈ ਉੱਤੋਂ ਤੇ ਉਹ ਕਿੰਨਾ। ਸੋ ਇਟਸ ਅ ਪਰਸਨਲਾਈਜ਼ਡ ਕਸਟਮਾਈਜ਼ਡ ਥਿੰਗ। ਸੋ ਇੱਦਾਂ ਹੀ ਨੈਚੁਰਲ ਲਾਈਟ ਆ ਰਹੀ ਹੈ ਕਿੰਨੀ, ਹਾਈਜੀਨ ਪੁਆਇੰਟ ਆਫ ਵਿਊ ਤੋਂ ਕਿੰਨੀ ਵੈਂਟੀਲੇਸ਼ਨ ਹੋ ਰਹੀ ਹੈ, ਕਿਚਨ ਦਾ ਸਪੇਸ ਰਿਕੁਆਇਰਮੈਂਟ ਅਕੋਰਡਿੰਗ ਟੂ ਦੀ ਨੀਡ ਆਫ ਦੀ ਫੈਮਿਲੀ ਜੁਆਇੰਟ ਹੈ, ਸਿੰਗਲ ਕਪਲ ਫੈਮਿਲੀ है। मतलब ये सब चीज़ों ध्यान रख के वी डू दी प्लैनिंग। कलर इज़ ऑल्सो अ प्रेफरेंस, असी क्लाइंट्स की प्रेफरेंस जरूर लेने, बट दैन वी ऑल्सो सी के अज का ट्रेंड की चल रहा है, फिर वो नाल जो भी मीडियोकर डिसीजन या विचकार ला जो भी होंदा वो असी बेस्ट सोल्यूशन उन्होंने देने। बट येस, लॉट ऑफ थिंग्स लाइक अगर तुसी कोई स्पैसीफिक स्टाइल, आजकल बहुत स्टाइल हैगे ने, कंटैंपररी स्टाइल हैगा है, ट्रेडिशनल स्टाइल हैगा है, एशियन स्टाइल हैगा है, कई लोग बाहर दे वैसटर्न कल्चर ਨੂੰ ਅਡੈਪਟ ਕਰਨਾ ਚਾਹੁੰਦੇ ਨੇ, ਉਹਦਾ ਗੋਥਿਕ ਸਟਾਈਲ ਹੈ। देयर लॉट ऑफ स्टाइल्स। सो हर एक स्टाइल ਦੇ ਹਿਸਾਬ ਨਾਲ ਅਸੀਂ ਉਹਨੂੰ ਦੱਸਦੇ ਹਾਂ ਫਿਰ ਕਿ ਕਿਸ ਤਰੀਕੇ ਨਾਲ ਇਹਨੂੰ ਐਗਜ਼ੀਕਿਊਟ ਕਰਾਂਗੇ ਤੇ ਕਿੱਦਾਂ ਤੁਹਾਡਾ ਪਰਸਨੈਲਿਟੀ ਤੁਹਾਡੇ ਘਰ ਰਿਫਲੈਕਟ ਕਰੇਗਾ। ਬਿਲਕੁਲ, ਤੁਸੀਂ ਡਿਜ਼ਾਈਨ ਦੀ ਗੱਲ ਕੀਤੀ ਹੈ, ਸਟਾਈਲ ਦੀ ਕੀਤੀ ਹੈ, ਤੇ ਕਈ ਟਾਈਲਸ ਵੀ ਆਉਂਦੀਆਂ ਨੇ ਜਿੱਤੇ ਕਈ ਸਟਾਈਲਿੰਗ ਕੀਤੀ ਹੁੰਦੀ ਆਲਰੇਡੀ। ਜੀ ਜੀ। ਤੇ ਬਾਥਰੂਮ ਦੇ ਵਿੱਚ ਦੇਖੀਏ ਤਾਂ ਸਟਾਈਲਿੰਗ ਡਿਫਰੈਂਟ ਹੁੰਦੀ ਹੈ, ਕਿਚਨ ਦੇ ਵਿੱਚ ਡਿਫਰੈਂਟ ਹੁੰਦੀ ਹੈ। ਤੇ ਸਟਾਈਲਸ ਤੋਂ ਇਲਾਵਾ ਹੋਰ ਕਿਹੜੀ ਚੀਜ਼ ਹੁੰਦੀ ਹੈ ਜਿਹੜੀ ਯੂਜ਼ ਕੀਤੀ ਜਾ ਸਕਦੀ ਹੈ?
ਸੀ ਅਗਰ ਤੁਸੀਂ ਟਾਈਲਾਂ ਦੀ ਗੱਲ ਕਰਿਓ, ਟਾਈਲਾਂ ਤੇ ਜਿਹੜੇ ਸਟਾਈਲਸ ਆਉਂਦੇ ਨੇ ਉਹ ਸਾਨੂੰ ਸਪੋਰਟ ਹੈਲਪ ਕਰਦੇ ਨੇ ਉਹ ਸਟਾਈਲ ਨੂੰ ਚੰਗੀ ਤਰ੍ਹਾਂ ਐਗਜ਼ੀਕਿਊਟ ਕਰਨ ਤੋਂ। ਅੱਜ ਤੋਂ 10 ਸਾਲ ਪਹਿਲਾਂ ਬੜਾ ਮੁਸ਼ਕਲ ਹੁੰਦਾ ਸੀ ਬਿਕੋਜ਼ ਇੰਡੀਆ ਦੀ ਮਾਰਕੀਟ ਵਿੱਚ ਜੋ ਮਟੀਰੀਅਲ ਸੀ ਸਾਨੂੰ ਉਹਦੇ ਨਾਲ ਹੀ ਖੇਲਣਾ ਪੈਂਦਾ ਸੀ, ਪਰ ਅੱਜ ਵੈਰਾਈਟੀ ਬਹੁਤ ਹੈ। ਉਸ ਤੋਂ ਇਲਾਵਾ ਕਨਸੈਪਟਸ ਹੁੰਦੇ ਨੇ ਕਿ ਜਿਵੇਂ ਹੁਣ ਬਾਥਰੂਮ ਦੀ ਗੱਲ ਤੁਸੀਂ ਕੀਤੀ ਹੈ, ਤੇ ਬਾਥਰੂਮ ਵਿੱਚ ਐਂਟੀ ਸਕਿਡ ਟਾਈਲਸ ਹੋਣੀ ਚਾਹੀਦੀਆਂ ਨੇ, ਕੀ ਥੀਮ ਚੱਲ ਰਹੀ ਹੈ ਉਹਦੇ ਹਿਸਾਬ ਨਾਲ ਅਸੀਂ ਦਿੰਦੇ ਹਾਂ। ਫਿਰ ਅਗਰ ਟੈਕਨੀਕਲ ਪੁਆਇੰਟ ਆਫ ਵਿਊ ਨਾਲ ਦੇਖੀਏ ਤੇ ਗ੍ਰੈਬ ਬਾਰਸ ਅਸੀਂ ਕਹਿੰਦੇ ਹਾਂ ਕਿ ਵੀ ਸਮਬਡੀ ਸਟਿਕਿੰਗ ਬਾਤ ਤੇ ਉਹਨਾਂ ਨੂੰ ਸਪੋਰਟ ਲਈ ਰੋਡਸ ਚਾਹੀਦੀਆਂ ਨੇ, ਉਹ ਟੈਕਨੀਕਲ ਹੋ ਗਿਆ। WCs ਨੇ ਜਿਹੜੇ ਵਾਟਰ ਕਲੋਜ਼ਟਸ ਹੁੰਦੇ ਨੇ ਉਹਨਾਂ ਵਿੱਚ ਕਿੰਨੇ ਟਾਈਪਸ ਆ ਗਏ ਨੇ, ਵਾਲ ਹੰਗ ਹੁੰਦੇ ਨੇ, ਵਿਦ ਸਿਸਟਨ ਹੁੰਦੇ ਨੇ, ਵਿਦਆਊਟ ਸਿਸਟਨ ਹੁੰਦੇ ਨੇ, ਟੈਂਕ ਤੋਂ ਬਿਨਾਂ ਜਾਂ ਟੈਂਕ ਤੋਂ ਨਾਲ। ਸੋ ਬਹੁਤ ਕਨਸੈਪਟਸ ਨੇ। ਕਾਊਂਟਰ ਤੇ ਅਗਰ ਵਾਸ਼ ਬੇਸਿਨਸ ਆ ਰਹੇ ਨੇ ਤਾਂ ਅੰਡਰ ਕਾਊਂਟਰ ਵੀ ਹੈਗੇ ਨੇ, ਅਬਵ ਦੀ ਕਾਊਂਟਰ ਵੀ ਹੈਗੇ ਨੇ। ਸੋ ਉਹਦੇ ਹਿਸਾਬ ਨਾਲ ਟੈਕਨੀਕੈਲਿਟੀਜ਼ ਬਦਲ ਜਾਂਦੀਆਂ ਨੇ। ਪਹਿਲਾਂ ਸ਼ਾਵਰ ਹੁੰਦਾ ਸੀ ਜਿਹਦੇ ਵਿੱਚ ਗਰਮ ਠੰਡਾ ਪਾਣੀ ਅਲੱਗ ਕਰਦੇ ਸੀ, ਅੱਜ ਕੱਲ੍ਹ ਡਾਈਵਰਟਰਸ ਆ ਗਏ ਨੇ ਤੇ ਉਹ ਇਕੱਠੇ ਯੂਜ਼ ਹੁੰਦੇ ਨੇ। ਸੋ ਇਟਸ ਈਜ਼ੀ ਮੈਨੇਜੇਬਿਲਿਟੀ ਐਂਡ ਦੈਨ you need to guide the labor and the client accordingly to give that particular solution in an effective way. So there are a lot of concepts ji, matlab definitely kitchen is different from bathroom, but ਦੋਨੋਂ ਵਿੱਚ ਹੀ ਬਹੁਤ ਟਾਈਪ ਦੀ ਇਨੋਵੇਸ਼ਨਸ ਆ ਗਈਆਂ ਨੇ। ਇਹ ਸਾਰਾ ਮਟੀਰੀਅਲ ਤਾਂ ਹੋ ਗਿਆ ਜਿਹੜਾ ਸਾਨੂੰ ਮਾਰਕੀਟ 'ਚ ਮਿਲਦਾ ਹੈ। ਇਸ ਤੋਂ ਇਲਾਵਾ ਘਰ ਦੇ ਵਿੱਚ ਵੀ ਬਹੁਤ ਵੇਸਟ ਮਟੀਰੀਅਲ ਹੁੰਦਾ ਹੈ, ਜਿਵੇਂ ਨਿਊਜ਼ਪੇਪਰ ਹੋ ਗਏ, ਤੇ ਉਹਨਾਂ ਚੀਜ਼ਾਂ ਦਾ ਵੀ ਇਸਤੇਮਾਲ ਹੋ ਸਕਦਾ ਹੈ ਡੈਕੋਰੇਸ਼ਨਸ। In fact, yesterday only I was taking the class of my students. We were discussing about bedroom planning, you know. So I'll just give you an example. We were discussing कि कितना you can to make your own identity ਤੁਸੀਂ ਉਹ ਚੀਜ਼ ਰੱਖੋ ਜੋ ਮਾਰਕੀਟ 'ਚ ਅਵੇਲੇਬਲ ਨਹੀਂ ਹੈਗੀ। ਸੋ ਕਈ ਵਾਰ ਘਰ 'ਚ ਟਰੈਸ਼ ਹੁੰਦਾ ਹੈ, ਜੰਕ ਪਿਆ ਹੁੰਦਾ ਹੈ। ਫੋਰ ਐਗਜ਼ਾਮਪਲ ਤੁਹਾਡੇ ਕੋਲ ਓਲਡ ਹੈਂਕਰਚਿਪਸ ਪਏ ਨੇ, ਬੱਚਿਆਂ ਦੇ ਛੋਟੇ ਪਏ ਨੇ, ਤੁਸੀਂ ਉਹਨਾਂ ਨੂੰ ਇਕੱਠੇ ਸਟਿਚ ਕਰਕੇ ਕੁਸ਼ਨ ਕਵਰ ਬਣਾ ਲਓ। ਇਟ ਵਿਲ ਗਿਵ ਅ ਵੈਰੀ ਡਿਫਰੈਂਟ ਲੁੱਕ, ਯੂ ਨੋ। ਪੁਰਾਣੇ ਕੁਇਲਟਸ ਹੈਗੇ ਨੇ, ਹੁਣ ਕੁਇਲਟਸ ਤੇ ਤੁਸੀਂ ਖਾਲੀ ਕਰਤੀਆਂ, ਯੂ ਨੋ। ਸੋ ਯੂ ਕੈਨ ਯੂਜ਼ ਦੋਸ ਕੁਇਲਟਸ ਐਜ਼ ਟੂ ਯੂ ਨੋ ਸਮ ਵਾਲ ਆਰਟ ਕਰ ਸਕਦੇ ਹੋ, ਉਹਨੂੰ ਫਰੇਮ ਕਰਾ ਸਕਦੇ ਹੋ, ਜਾਂ ਉਹਦੇ ਵੀ ਕੁਸ਼ਨਸ ਬਣਾ ਸਕਦੇ ਹੋ, ਕੁਛ ਵੀ ਕਰ ਸਕਦੇ ਹੋ। ਮਤਲਬ ਇਟਸ ਜਸਟ ਦੈਟ ਤੁਸੀਂ ਉਹਨੂੰ ਥਰੋ ਅਵੇ ਦੀ ਜਗ੍ਹਾ ਇੱਕ ਵਾਰੀ ਕ੍ਰੀਏਟਿਵ ਮਾਈਂਡ ਨਾਲ ਅਗਰ ਸੋਚੋ ਸੋ ਉਹ ਚੀਜ਼ ਤੁਹਾਨੂੰ ਕੰਮ ਆ ਸਕਦੀ ਹੈ। ਇਸੇ ਤਰ੍ਹਾਂ ਹੀ ਨੇਕ ਚੰਦ ਜੀ ਨੇ ਵੀ ਦੇਖਿਆ ਜੇ ਤਾਂ ਵੇਸਟ ਮਟੀਰੀਅਲ ਤੋਂ ਰੌਕ ਗਾਰਡਨ ਬਣਾ ਕੇ ਰੱਖਿਆ ਹੈ, ਘਰ ਦੇ ਵਿੱਚ ਵੀ ਇਸੇ ਤਰ੍ਹਾਂ ਸਜਾਵਟ ਕੀਤੀ ਜਾ ਸਕਦੀ ਹੈ। ਬਿਲਕੁਲ, ਔਰ ਕਈ ਵਾਰ ਬਹੁਤ ਮਾਸਟਰਪੀਸਸ ਨਿਕਲ ਜਾਂਦੇ ਨੇ ਲੋਕੀ। ਮਾਈ ਮਦਰ, ਸ਼ੀ ਇਜ਼ ਅ ਵੈਰੀ I have got this through my mother, so she's excellent in decoration and creative aspects. So ਉਹਨਾਂ ਨੇ ਤੇ ਆਪਣੇ ਕਾਲਜ ਟਾਈਮ ਵੇਸਟ ਮਟੀਰੀਅਲ ਤੋਰੀ ਹੁੰਦੀ ਨਾ ਜੀ, ਉਦੋਂ ਉਹਨੂੰ ਉਹਦੇ ਉਹ ਛਿਲ ਕੇ, ਸੁੱਕੀ ਤੋਰੀ ਨੂੰ ਛਿਲ ਕੇ ਲੈਂਪ ਸ਼ੇਡ ਬਣਾਇਆ ਸੀ। So it became such a nice thing. Somebody came from abroad and took, you know, for gave her a good price and just took it. So at times ਕਈ ਨਾਯਾਬ ਚੀਜ਼ ਵੀ ਕੋਈ ਕੱਢ ਲੈਂਦਾ ਬੰਦਾ, ਤੇ ਉਹੀ ਹੈ ਕਿ ਇੱਕ ਨਜ਼ਰ ਦੇਣੀ ਜ਼ਰੂਰੀ ਹੈਗੀ ਹੈ ਬਿਫੋਰ ਯੂ ਪੁੱਟ ਇਟ ਇਨਟੂ ਦੀ ਡਸਟਬਿਨ। ਤੇ ਇਹ ਡੈਕੋਰੇਸ਼ਨ ਦੇ ਵਿੱਚ ਕੀ ਥੀਮ ਬੇਸਡ ਡੈਕੋਰੇਸ਼ਨ ਵੀ ਹੁੰਦੀ ਹੈ? ਕਲਰ ਬੇਸਡ ਤਾਂ ਅਸੀਂ ਦੇਖੀਏ ਕਿ ਕੋਈ ਪਿੰਕ ਯੂਜ਼ ਕਰਦਾ, ਗ੍ਰੀਨ ਯੂਜ਼ ਕਰਦਾ। ਥੀਮ ਬੇਸਡ ਹੁੰਦੀ ਹੈ। ਟ੍ਰੋਪੀਕਲ ਥੀਮ ਲੈਣਾ ਕਿਸੇ ਨੇ ਹਵਾਈਨ ਥੀਮ ਲੈਣਾ ਹੈ, ਤੇ ਬਹੁਤ ਥੀਮਸ ਨੇ। ਮਤਲਬ ਅੱਜ ਕੱਲ੍ਹ ਅਸੀਂ ਥੀਮਸ ਦੀ ਗੱਲ ਕਰੀਏ ਤੇ ਕੋਈ 50-60 ਥੀਮਸ ਤੇ ਲਿਸਟ ਬਣਾ ਕੇ ਤੁਹਾਨੂੰ ਦੇ ਸਕਦੇ, ਇੰਨੀ ਥੀਮਸ ਹੈਗੀਆਂ ਨੇ। ਐਂਡ ਲੱਕੀਲੀ ਬੈਸਟ ਪਾਰਟ ਕੀ ਹੈ ਕਿ ਐਕਸੈਪਟੇਬਿਲਿਟੀ ਜਿਹੜੀ ਕਲਾਇੰਟ ਦੀ ਜਾਂ ਜਿਹੜੀ ਲੋਕਾਂ ਦੀ ਹੈਗੀ ਉਹ ਕਾਫੀ ਵੱਧ ਗਈ ਹੈ। ਦੇ ਵਾਂਟ ਟੂ ਐਕਸਪੈਰੀਮੈਂਟ, ਸੋ ਬਿਕੋਜ਼ ਦੇ ਐਕਸਪੈਰੀਮੈਂਟਿੰਗ ਮੋਰ ਸਟਾਈਲਸ ਆਰ ਕਮਿੰਗ ਇਨ ਫਰੰਟ। ਸੋ ਉਹ ਬਹੁਤ ਅੱਛਾ ਕੰਬੀਨੇਸ਼ਨ ਆ ਰਿਹਾ। ਪ੍ਰੋਡਕਟਸ ਵੀ ਮਿਲਣ ਲੱਗ ਗਏ ਨੇ, ਚੀਜ਼ਾਂ ਇੰਟਰਨੈਸ਼ਨਲ ਵੀ ਇੰਡੀਆ 'ਚ ਆਉਣ ਲੱਗ ਗਈਆਂ ਨੇ। ਸੋ ਟੂਡੇ ਦੇਰ ਇਜ਼ ਅ ਬ੍ਰਾਈਟਰ ਸਾਈਡ ਟੂ ਇੰਟੀਰੀਅਰ ਡਿਜ਼ਾਈਨਿੰਗ ਐਂਡ ਡੈਕੋਰੇਸ਼ਨ। ਪਿੰਡਾਂ 'ਚ ਅਸੀਂ ਦੇਖਦੇ ਹਾਂ ਕਿ ਕਈ ਘਰਾਂ ਦੇ ਉੱਤੇ ਜਹਾਜ਼ ਬਣੇ ਹੁੰਦੇ ਨੇ ਜਾਂ ਫਿਰ ਕਾਂ ਬਣੇ ਹੁੰਦੇ ਨੇ, ਇਹ ਵੀ ਡਿਜ਼ਾਈਨ ਦੇ ਵਿੱਚ ਹੀ ਆਉਂਦੇ ਆ ਕਿਉਂਕਿ ਇਹ ਐਕਸਟੀਰੀਅਰ ਹੋ ਜਾਂਦੇ ਮੇਰੇ ਹਿਸਾਬ ਨਾਲ ਥੋੜ੍ਹੇ। ਹਾਂ, ਇਹ ਐਕਸਟੀਰੀਅਰ ਹੈ ਜੀ, ਇਹ ਤੇ ਉਹ ਥੋੜ੍ਹੇ ਜ਼ਿਆਦਾ ਹੀ ਇਮੈਜੀਨੇਟਿਵ ਹੈਗੇ ਨੇ, ਪਰ ਉਹ ਵੀ ਇੱਕ ਆਈਡੈਂਟੀਟੀ ਹੈਗੀ ਹੈ। ਉਹ ਚੀਜ਼ ਤੁਹਾਨੂੰ ਉੱਥੇ ਹੀ ਮਿਲੇਗੀ, ਹੋਰ ਕਿਤੇ ਮਿਲੇਗੀ ਨਹੀਂ। ਬਟ ਉਹ ਇੰਟੀਰੀਅਰ ਦਾ ਉਹ ਤੇ ਆਰਕੀਟੈਕਚਰ ਤੇ ਆ ਗਿਆ। ਆਈ ਥਿੰਕ ਦੈਟ ਇਜ਼ ਅ ਵੇ ਦੇ ਟਰਾਈ ਟੂ ਸ਼ੋ ਦੇਅਰ ਆਈਡੈਂਟੀਟੀ ਐਂਡ ਪ੍ਰੈਜ਼ੈਂਸ ਐਂਡ ਟਰਾਈ ਟੂ ਮੇਕ ਥਿੰਗਸ ਡਿਫਰੈਂਟ, ਬਟ ਉਹ ਵੀ ਕ੍ਰੀਏਟਿਵਿਟੀ ਹੈ। ਤੁਸੀਂ ਵੀ ਮੈਂ ਦੇਖਿਆ ਕਿ ਕਈ ਬਿਲਡਿੰਗਸ ਦੇ ਬਾਹਰ ਐਕਸਟੀਰੀਅਰ ਡਿਜ਼ਾਈਨਿੰਗ ਕੀਤੀ ਹੈ, ਕੰਧਾਂ ਦੇ ਬਾਹਰ। ਉਹ ਕਿਸ ਤਰ੍ਹਾਂ ਹੁੰਦਾ ਹੈ ਕਿ ਉੱਥੇ ਤੁਸੀਂ ਕਲਰਸ ਵਗੈਰਾ ਡਿਫਾਈਨ ਕਰਦੇ ਹੋ ਕਿ ਸਪੇਸ ਦੇਖ ਕੇ ਉਹਦੇ ਅਕੋਰਡਿੰਗਲੀ ਡਿਜ਼ਾਈਨਿੰਗ ਹੁੰਦੀ ਹੈ? ਕਲਰ ਸਾਈਕੋਲੋਜੀ ਇੱਕ ਬਹੁਤ ਵੱਡਾ ਕਨਸੈਪਟ ਹੈਗਾ, ਤੇ ਕਲਰ ਕਿੱਦਾਂ ਤੁਹਾਡੇ ਮਾਈਂਡ ਤੇ ਤੁਹਾਨੂੰ ਕਿੱਦਾਂ ਇਫੈਕਟ ਕਰਦਾ ਹੈ, ਇਹ ਪੂਰੀ ਸਟੱਡੀ ਹੈਗੀ ਹੈ। ਤੇ ਡੈਫੀਨੇਟਲੀ ਜਿਹੜੇ ਵੱਡੇ ਰੂਮਸ ਹੁੰਦੇ ਨੇ ਜਾਂ ਵੱਡੇ ਸਪੇਸਿਸ ਹੁੰਦੀਆਂ ਨੇ, ਉੱਥੇ ਅਸੀਂ ਕੋਸ਼ਿਸ਼ ਕਰਦੇ ਹਾਂ ਡਾਰਕ ਕਲਰਸ ਯੂਜ਼ ਕਰਨ ਨੂੰ। ਅਗੇਨ ਡਿਪੈਂਡ ਕਰਦਾ ਕਿ ਰਿਕੁਆਇਰਮੈਂਟ ਕੀ ਹੈ। ਤੁਸੀਂ ਡਿਸਕ ਬਣਾ ਰਹੇ ਹੋ ਕਿ ਤੁਸੀਂ ਹੋਟਲ ਬਣਾ ਰਹੇ ਹੋ, ਵੱਡੇ ਸਪੇਸ ਹੋਟਲ ਬਣਾ ਰਹੇ ਹੋ, ਉਹਦਾ ਟ੍ਰੀਟਮੈਂਟ ਅਲੱਗ ਹੋ ਜਾਏਗੀ। ਤੁਸੀਂ ਪਾਰਟੀ ਹਾਲ ਬਣਾ ਰਹੇ ਹੋ, ਉਹਦੀ ਅਲੱਗ ਹੋ ਜਾਏਗੀ। ਤੁਸੀਂ ਕੋਈ ਹੋਰ ਕੋਈ ਆਫੀਸ਼ੀਅਲ ਬਿਲਡਿੰਗ ਬਣਾ ਰਹੇ ਹੋ, ਉਹਦਾ ਕੰਸੈਪਟ ਅਲੱਗ ਹੋ ਜਾਏਗਾ। ਬਟ ਅਗੇਨ ਕਲਰਸ ਆਰ ਵੈਰੀ ਇੰਪੋਰਟੈਂਟ ਬਿਕੋਜ਼ ਅਗਰ ਛੋਟੀ ਜਗ੍ਹਾ ਹੈ ਤੇ ਸਾਨੂੰ ਲਾਈਟ ਕਲਰਸ ਨਾਲ ਪਲੇ ਕਰਨਾ ਪੈਂਦਾ ਹੈ ਟੂ ਗਿਵ ਇਟ ਅ ਮੋਰ ਸਪੇਸ਼ੀਅਸ ਲੁੱਕ। ਐਂਡ ਹੋਰ ਵੀ ਚੀਜ਼ਾਂ ਹੁੰਦੀਆਂ ਜਿਹੜੀ ਅਸੀਂ ਐਡ ਕਰਦੇ ਹਾਂ ਟੂ ਮੇਕ ਦੈਟ ਸਪੇਸ ਲੁੱਕ ਲਿਟਲ ਮੋਰ ਵਾਈਡਰ। ਪਰ ਵੱਡੀ ਜਗ੍ਹਾ ਉੱਤੇ ਸਾਨੂੰ ਫਰੀडम ਮਿਲ ਜਾਂਦੀ ਹੈ ਡਾਰਕ ਕਲਰਸ ਨਾਲ ਪਲੇ ਕਰਨ ਲਈ।
ਸੋ ਤੇ ਇਸੇ ਤਰ੍ਹਾਂ ਘਰਾਂ ਦੇ ਵਿੱਚ ਜੇ ਫੈਬਰਿਕ ਦੀ ਗੱਲ ਕਰੀਏ, ਅੱਜ ਕੱਲ ਤਾਂ ਕਈ ਤਰ੍ਹਾਂ ਦਾ ਫੈਬਰਿਕ ਆ ਰਿਹਾ ਹੈ ਤੇ ਪਰਦੇ ਹੁੰਦੇ ਆ ਜਿਹੜੇ ਜਨਰਲੀ ਘਰਾਂ ਦੇ ਵਿੱਚ ਲੱਗੇ ਹੁੰਦੇ ਕਿ ਧੁੱਪ ਵਗੈਰਾ ਤੋਂ ਬਚਾਅ ਹੋ ਜਾਏ, ਪਰ ਉਸ ਨਾਲ ਵੀ ਕਈ ਤਰ੍ਹਾਂ ਦੀ ਡੈਕੋਰੇਸ਼ਨ ਹੋ ਸਕਦੀ ਹੈ। ਹਾਂਜੀ, ਪਰਦੇ ਪਹਿਲਾਂ ਹੁੰਦੇ ਸੀ ਕਿ ਧੁੱਪ ਦੇ ਸਿਰਫ ਮੋٹے-ਮੋٹے ਪਰਦੇ ਸਾਰੇ ਲਗਾ ਦਿੰਦੇ ਸੀ, ਪਰ ਅੱਜ ਪਰਦਿਆਂ 'ਚ ਵੀ ਬਹੁਤ ਕਨਸੈਪਟਸ ਆ ਗਏ ਨੇ। ਇੱਕ ਤੇ ਸਭ ਤੋਂ ਐਵੀਡੈਂਟ ਕਨਸੈਪਟ ਹੈਗਾ ਸ਼ੇਅਰ ਕਰਟਨ ਦਾ, ਤੇ ਸ਼ੇਅਰ ਕਰਟਨ ਉਹ ਨੈਟ ਵਾਲਾ ਕਰਟਨ ਅਸੀਂ ਲਗਾਉਂਦੇ ਆ ਕਿ ਵੀ ਉਹ ਸਕਰੀਨ ਹੋ ਜਾਂਦਾ ਹੈ। ਤੁਸੀਂ ਸਵੇਰੇ ਪੂਰਾ ਕਰਟਨ ਸਾਈਡ ਕਰਦੇ ਹੋ ਤੇ ਪ੍ਰਾਈਵੇਸੀ ਨਹੀਂ ਮਿਲਦੀ, ਨਾਲੇ ਲਾਈਟ ਵੀ ਬਹੁਤ ਆਉਂਦੀ ਹੈ ਤੇ ਉਹਦੇ ਨਾਲ ਪ੍ਰਾਈਵੇਸੀ ਵੀ ਮਿਲ ਜਾਂਦੀ ਹੈ ਤੇ ਇੱਕ ਡਬਲ ਲੇਅਰ ਆਫ ਕਰਟਨ ਹੋ ਜਾਂਦੀ ਹੈ। ਬਟ ਇਸ ਤੋਂ ਇਲਾਵਾ ਅੱਜ ਕੱਲ੍ਹ ਬਲਾਈਂਡਸ ਆ ਗਏ ਨੇ ਤੇ ਬਲਾਈਂਡਸ ਬਹੁਤ ਵਧੀਆ ਔਰ ਕਲੀਨ ਲੁੱਕ ਦਿੰਦੇ ਨੇ, ਜਿਹੜਾ ਮੈਂ ਤੁਹਾਨੂੰ ਪਹਿਲਾਂ ਵੀ ਰੈਫਰ ਕੀਤਾ, ਕੰਟੈਂਪਰੇਰੀ ਲੁੱਕ। ਅੱਜ ਕੱਲ੍ਹ ਸਾਰਾ ਕੁਝ ਕੰਟੈਂਪਰੇਰੀ ਚੱਲ ਰਿਹਾ, ਸਿੰਪਲ, ਸਟਾਈਲਿਸ਼, ਕਲੀਅਰ ਲਾਈਨਸ, ਕਾਰਵਿੰਗ ਕੁਰਵਿੰਗ ਕੱਟ, ਤੇ ਉਹਦੇ ਵਿੱਚ ਬਲਾਈਂਡਸ ਕਾਫੀ ਪਪੂਲਰ ਚੱਲ ਰਹੀਆਂ ਨੇ। ਤੇ ਬਲਾਈਂਡਸ ਦੇ ਇਲਾਵਾ ਅੱਜ ਕੱਲ੍ਹ ਬਲਾਈਂਡਸ ਵਿੱਚ ਵੀ ਬਹੁਤ ਵੈਰਾਈਟੀ ਹੈ, ਲੱਕੜ ਦੀਆਂ ਆ ਰਹੀਆਂ ਨੇ, ਫੈਬਰਿਕ ਦੀਆਂ ਆ ਰਹੀਆਂ ਨੇ, ਸੋ ਦੇयर इज अ लॉट ऑफ वैरायटी इन दैट ਆਲਸੋ। ਬਟ ਕਰਟਨਸ ਵੀ ਕਮਰੇ ਦੇ ਕਰੈਕਟਰ ਨੂੰ ਡਿਫਾਈਨ ਕਰਦੇ ਨੇ। ਚਾਹੇ ਉਹ ਡਰਾਇੰਗ ਰੂਮ ਹੈ, ਡਰਾਇੰਗ ਰੂਮ ਤੁਸੀਂ ਦੇਖਿਆ ਹੋਏਗਾ ਕਿ ਅਸੀਂ ਸਵੈਗਸ ਯੂਜ਼ ਕਰਦੇ ਹਾਂ ਜਾਂ ਕੁਝ ਹੋਰ ਅੱਛੀ ਹੈਡਿੰਗ ਯੂਜ਼ ਕਰਦੇ ਹਾਂ, ਵੈਲੈਂਸਿਸ ਯੂਜ਼ ਕਰਦੇ ਹਾਂ ਤਾਂ ਕਿ ਉਹ ਵਿੰਡੋ ਵੀ ਨਿਖਰ ਕੇ ਆਏ। ਤੇ ਸਿਰਫ ਵਿੰਡੋ ਦਾ ਪਰਪਸ ਅਸੀਂ ਮਤਲਬ ਡਿਜ਼ਾਈਨਿੰਗ ਵਿੱਚ ਇਹ ਰਿਅਲਾਈਜ਼ ਕੀਤਾ ਹੈ ਕਿ ਵਿੰਡੋਜ਼ ਵੀ ਇੱਕ ਰੂਮ ਦਾ ਕਰੈਕਟਰ ਡਿਫਾਈਨ ਕਰਦੇ ਕਰਦੇ ਕਲਰ ਕੁਲਰ ਸਭ ਕੁਝ ਡਿਫਾਈਨ ਕਰ ਸਕਦੇ ਨੇ। ਇਟ ਕੈਨ ਐਕਚੁਅਲੀ ਐਡ ਟੂ ਦੀ personality of that bedroom or that living space also। ਗੁਰਜੋਤ, ਘਰਾਂ ਦੀ ਹੀ ਗੱਲ ਚੱਲਦੀ ਪਈ ਸੀ, ਹੁਣ ਘਰਾਂ ਤੋਂ ਥੋੜਾ ਜਿਹਾ ਬਾਹਰ ਨਿਕਲੀਏ ਤਾਂ ਜਿਵੇਂ ਵਿਹੜੇ ਹੁੰਦੇ ਆ ਪਿੰਡਾਂ ਦੇ ਵਿੱਚ, ਤੇ ਉੱਥੇ ਪਹਿਲੇ ਹੁੰਦਾ ਸੀ ਕਿ ਕੰਧਾਂ ਦੇ ਉੱਤੇ ਕਈ ਤਰ੍ਹਾਂ ਦੀ ਡਿਜ਼ਾਈਨਿੰਗ ਕਰਦੇ ਸੀ, ਉਹ ਮਿੱਟੀ ਦੇ ਨਾਲ ਹੀ ਕਰਦੇ ਸੀ। ਅੱਜ ਕੱਲ੍ਹ ਵੀ ਕੰਧਾਂ ਦੇ ਉੱਤੇ ਕਿਸੇ ਤਰ੍ਹਾਂ ਦੀ ਡਿਜ਼ਾਈਨਿੰਗ ਹੁੰਦੀ ਹੈ? ਅੱਜ ਕੱਲ੍ਹ ਹੁੰਦਾ ਜੀ, ਅੱਜ ਕੱਲ੍ਹ ਨਾ ਵਿਹੜਿਆਂ 'ਚ ਵੀ ਲੈਂਡਸਕੇਪ ਦਾ ਕਨਸੈਪਟ ਆ ਗਿਆ ਹੈ ਤੇ ਅੱਜ ਕੱਲ੍ਹ ਫਾਊਂਟੇਨ ਬਣਾ ਲੈਂਦੇ ਨੇ ਲੋਕੀ, ਥੋੜਾ ਜਿਹਾ ਵਾਟਰ ਬੋਡੀ ਜੀ ਬਣਾ ਲੈਂਦੇ ਨੇ, ਚੰਗੇ ਪਲਾਂਟਸ ਦਾ ਵਰਕ ਹੋ ਜਾਂਦਾ ਹੈ, ਡਿਫਰੈਂਟ ਟਾਈਪਸ ਆਫ ਪਲਾਂਟਿੰਗ ਕਰ ਲੈਂਦੇ ਨੇ। ਤੇ ਬਾਕੀ ਜਿਹੜੀ ਤੁਸੀਂ ਆਰਟ ਵਰਕ ਗੱਲ ਕਰ ਰਹੇ ਹੋ, ਉਹ ਇੰਟੈਗਰਲ ਪਾਰਟ ਹੈ ਇੰਡੀਆ ਦਾ, ਤੇ ਉਹ ਤੇ ਚੱਲਦਾ ਹੀ ਹੈਗਾ। ਇਨਫੈਕਟ ਉਹਦੇ ਵਿੱਚ ਵੀ ਕਾਰੀਗਰ ਵਧੀਆ ਆ ਗਏ ਨੇ, ਲੋਕੀ ਉਹਨੂੰ ਪ੍ਰੋਫੈਸ਼ਨਲ ਤਰੀਕੇ ਨਾਲ ਵੀ ਕਰਾਉਣ ਲੱਗੇ ਨੇ। ਇਨਫੈਕਟ ਸ਼ਹਿਰਾਂ 'ਚ ਵੀ ਉਸ ਚੀਜ਼ ਦਾ ਕਨਸੈਪਟ, ਕਿਉਂਕਿ ਉਹ ਪਿੰਡਾਂ ਨਾਲ ਕਨੈਕਟ ਕਰਦਾ ਹੈ ਬਹੁਤ ਵਧੀਆ, ਤੇ ਉਸ ਚੀਜ਼ ਦਾ ਕਨਸੈਪਟ ਇਨਫੈਕਟ ਚੰਡੀਗੜ੍ਹ 'ਤੇ ਕਾਫੀ ਕਨਸੈਪਟਸ ਬਣੇ ਵੀ, ਪਿੰਡ ਬਲੂਚੀ ਰੈਸਟੋਰੈਂਟਸ ਅਸੀਂ ਦੇਖੇ ਨੇ, ਇੱਕ ਦੋ ਹੋਰ ਪਾਰਟੀ ਹਾਲ ਸੀਗੇ ਜੋ ਪੰਜਾਬੀਅਤ ਦੇ ਕਨਸੈਪਟ 'ਤੇ ਚੱਲੇ ਨੇ, ਤੇ ਕਾਫੀ ਹੱਦ ਤੱਕ ਇਸ ਚੀਜ਼ ਨੂੰ ਹੁਣੇ ਵੀ ਸਹਾਰਿਆ ਜਾਂਦਾ ਹੈ। ਬਿਲਕੁਲ, ਵਿਹੜਿਆਂ 'ਚ ਵੀ ਇੱਦਾਂ ਹੀ ਹੁੰਦਾ ਹੈ। ਤੇ ਇਸੇ ਤਰ੍ਹਾਂ ਐਕਸਟੀਰੀਅਰ ਡਿਜ਼ਾਈਨਿੰਗ ਦੀ ਹੁਣ ਜੇ ਗੱਲ ਕਰੀਏ ਤਾਂ ਉਸ ਦੇ ਵਿੱਚ ਸ਼ਾਪਿੰਗ ਮਾਲਸ ਜਿਹੜੇ ਹੁੰਦੇ ਨੇ ਉਹਨਾਂ ਦੇ ਵਿੱਚ ਤਾਂ ਇੰਟੀਰੀਅਰ ਡਿਜ਼ਾਈਨਿੰਗ ਹੁੰਦੀ ਹੈ, ਉਹਨਾਂ ਦੇ ਵੀ ਕਿਤੇ ਐਕਸਟੀਰੀਅਰ ਡਿਜ਼ਾਈਨਿੰਗ ਦਾ ਕੋਈ ਕਨਸੈਪਟ ਹੁੰਦਾ ਹੈ? ਕਿਉਂਕਿ ਅੱਜ ਕੱਲ੍ਹ ਵਿੰਡੋਜ਼ ਬਣੀਆਂ ਹੁੰਦੀਆਂ ਐਡਵਰਟਾਈਜ਼ਮੈਂਟ ਦੇ ਲਈ, ਤਾਂ ਉੱਥੇ ਵੀ ਕਿਸੇ ਤਰ੍ਹਾਂ ਦੀ ਖਾਸ ਡਿਜ਼ਾਈਨਿੰਗ ਹੁੰਦੀ ਹੈ? ਡਿਜ਼ਾਈਨਿੰਗ ਦੇ ਜੀ ਅੱਜ ਕੱਲ੍ਹ ਇੰਟੈਗਰਲ ਪਾਰਟ ਹੋ ਗਿਆ, ਹਰ ਜਗ੍ਹਾ ਯੂਜ਼ ਹੁੰਦੀ ਹੈ, ਮਤਲਬ ਬਾਹਰ ਅੰਦਰ ਸਭ ਡਿਜ਼ਾਈਨਿੰਗ ਹੋ ਰਹੀ ਹੈ। ਹੁਣ ਜਿਵੇਂ ਅਸੀਂ ਐਗਜ਼ਾਮਪਲ ਮੌਲ ਦਾ ਤੁਸੀਂ ਗੱਲ ਕੀ, ਇਲਾਂਟੇ ਮੌਲ ਹੀ ਲੈ ਲਓ। ਇਲਾਂਟੇ ਮੌਲ ਦਾ ਜਿਹੜਾ ਪਿਛਲਾ ਸਾਈਡ ਹੈ ਬਾਹਰ ਦਾ, ਉਹ ਕਿੰਨਾ ਅੱਛੀ ਤਰੀਕੇ ਨਾਲ ਡਿਜ਼ਾਈਨਡ ਹੈ। ਉਹਦੇ ਵਿੱਚ ਖਾਸਾ ਧਿਆਨ ਰੱਖਿਆ ਗਿਆ ਹੈ ਕਿ ਕਿਵੇਂ ਸਿਟਿੰਗ ਪਲਾਨ ਦੇਣਾ ਹੈ, ਕ੍ਰਿਕਟ ਮੈਚਸ ਹੁੰਦੇ ਨੇ ਤੇ ਕਿਵੇਂ ਲੋਕਾਂ ਨੂੰ ਕਿੱਦਾਂ ਟੀਵੀ ਐਂਗਲ ਦੇਣਾ ਚਾਹੀਦਾ ਹੈ, ਕਿੱਦਾਂ ਬਿਠਾਉਣਾ ਚਾਹੀਦਾ ਹੈ। ਤੇ ਡਿਜ਼ਾਈਨਿੰਗ ਤੇ ਐਕਸਟੀਰੀਅਰ ਵੀ ਬਹੁਤ ਮਹੱਤਵ ਰੱਖਦੀ ਹੈ ਤੇ ਇੰਟੀਰੀਅਰਸ ਵੀ ਰੱਖਦੀ ਹੈ, ਬਿਕੋਜ਼ ਅੱਜ ਕੱਲ੍ਹ ਸਪੇਸਿਸ ਆਰ ਐਕਸਪੈਂਸਿਵ, ਹਰ ਜਗ੍ਹਾ ਬਹੁਤ ਜ਼ਰੂਰੀ ਹੈ ਯੂਟੀਲਾਈਜ਼ ਕਰਨੀ। ਤੇ ਜਿੰਨੇ ਵੀ ਆਰਕੀਟੈਕਟਸ ਨੇ ਤੇ ਡਿਜ਼ਾਈਨਰਸ ਨੇ, ਉਹ ਕੋਸ਼ਿਸ਼ ਕਰਦੇ ਨੇ ਕਿ ਬਾਹਰ ਹੋ ਜਾਂ ਅੰਦਰ ਹੋ, ਉਹਦੀ ਪੂਰੀ ਆਪਟੀਮਮ ਯੂਟੀਲਾਈਜੇਸ਼ਨ ਜ਼ਰੂਰ ਹੋਏ, ਵੇਸਟ ਨਾ ਜਾਏ ਕੋਈ ਸਪੇਸ। ਤੁਸੀਂ ਸਪੇਸ ਦੀ ਗੱਲ ਕੀਤੀ ਹੈ, ਥੋੜੀ ਹੁੰਦੀ ਹੈ, ਘਰ ਵੀ ਅੱਜ ਕੱਲ੍ਹ ਥੋੜੀ ਥੋੜੀ ਜਗ੍ਹਾ ਦੇ ਵਿੱਚ ਹੀ ਬਣ ਰਿਹਾ, ਤੇ ਮੰਨ ਲਓ ਜੇ ਕੋਈ ਸਟੋਰ ਰੂਮ ਹੈ ਛੋਟਾ ਜਿਹਾ, ਤੇ ਉਸ ਨੂੰ ਅਸੀਂ ਡੈਕੋਰੇਟ ਕਰਨਾ ਚਾਹਦੇ ਹਾਂ, ਸਟੋਰ ਰੂਮ ਨਹੀਂ, ਇੱਕ ਛੋਟਾ ਜਿਹਾ ਕਾਰਨਰ ਹੀ ਸਮਝ ਲਓ ਤੁਹਾਡੀ ਲੌਬੀ ਦੇ ਵਿੱਚ ਹੈਗਾ, ਉਸ ਨੂੰ ਕਿਸ ਤਰ੍ਹਾਂ ਅਸੀਂ ਅੱਛਾ ਬਣਾ ਸਕਦੇ ਹਾਂ? ਛੋਟੀ ਜਗ੍ਹਾ 'ਤੇ ਜ਼ਿਆਦਾ ਹੈਵੀ ਫਰਨੀਚਰ ਜਾਂ ਹੈਵੀ ਡੈਕੋਰੇਸ਼ਨ ਚੀਜ਼ ਨਹੀਂ ਰੱਖਣੀ ਚਾਹੀਦੀ। ਉੱਥੇ ਤੁਸੀਂ ਕੁਝ ਹਲਕਾ ਰੱਖੋ ਤੇ ਮੂਵੇਬਲ ਰੱਖੋ। ਤੇ ਛੋਟੀ ਜਿਵੇਂ ਤੁਸੀਂ ਅਗਰ ਸਟੋਰੇਜ ਸਪੇਸ ਕਹਿ ਰਹੇ ਹੋ, ਤੇ ਸਟੋਰੇਜ ਸਪੇਸ ਵਿੱਚ ਇਹੋ ਜਿਹੀ ਸਟੋਰੇਜ ਰੱਖੋ ਜੋ ਡੈਕੋਰੇਸ਼ਨ ਦਾ ਵੀ ਪਾਰਟ ਬਣ ਜਾਏ। ਜਿਵੇਂ ਅਗਰ ਬੁੱਕ ਸ਼ੈਲਫ ਰੱਖਣਾ ਹੈ ਤਾਂ ਇੰਨਾ ਸਟਾਈਲਿਸ਼ ਬਣਾ ਕੇ ਰੱਖੋ ਤਾਂ ਕਿ ਉਹ ਲੱਗੇ ਬਾਹਰ ਵਾਲੇ ਨੂੰ ਕਿ ਸਟੋਰੇਜ ਘੱਟ ਹੈ, ਡੈਕੋਰੇਸ਼ਨ ਜ਼ਿਆਦਾ ਹੈਗੀ ਹੈ। ਤੇ ਨਾਲ ਅਗਰ ਕਾਰਨਰ ਹੈਗਾ ਹੈ, ਤੇ ਅਗਰ ਜੋ ਕਾਰਨਰ ਮੈਂ ਹੁਣੇ ਸੋਚ ਰਹੀ ਹਾਂ, ਅਗਰ ਸਪੋਜ਼ਿੰਗ ਇੱਕ ਕਾਰਨਰ ਹੈ, ਤੇ ਕਾਰਨਰ 'ਤੇ ਤੁਸੀਂ ਇੱਕ ਬੀਨ ਬੈਗ ਰੱਖ ਲਓ, ਇੱਕ ਵਧੀਆ ਜਿਹਾ ਸਟਾਈਲਿਸ਼ ਜਿਹਾ ਲੈਂਪ ਰੱਖ ਲਓ, ਤੇ ਇੱਕ ਛੋਟਾ ਬੁੱਕ ਸ਼ੈਲਫ ਰੱਖ ਲਓ। ਤੁਹਾਡੇ ਬੁੱਕਸ ਦੀ ਸਟੋਰੇਜ ਵੀ ਹੋ ਜਾਏਗੀ, ਤੁਹਾਨੂੰ ਬੈਠਣ ਦਾ ਵੀ ਇੱਕ ਜਗ੍ਹਾ ਕਾਰਨਰ ਮਿਲ ਜਾਏਗੀ, ਤੇ ਓਵਰਆਲ ਲੁੱਕ ਵੀ ਉਸ ਕਾਰਨਰ ਦੀ ਬਹੁਤ ਅੱਛੀ ਹੋ ਜਾਏਗੀ। ਸੋ ਇਟ ਇਜ਼ ਜਸਟ ਕਿ ਅਗਰ ਛੋਟੀ ਸਪੇਸ ਹੋਏ ਤੇ ਤੁਹਾਨੂੰ ਸਟੋਰੇਜ ਕਰਨੀ ਹੈ ਤਾਂ ਉਸ ਤਰੀਕੇ ਨਾਲ ਪਲੇ ਕਰੋ ਕਿ ਉਹ ਤੁਹਾਡਾ ਪਾਰਟ ਆਫ ਦ ਡਿਜ਼ਾਈਨ ਬਣ ਜਾਏ, ਇੰਸਟੈਡ ਆਫ ਲੁਕਿੰਗ ਲਾਈਕ ਅ ਸਟੋਰੇਜ ਯੂਨਿਟ। ਤੁਸੀਂ ਕਈ ਤਰ੍ਹਾਂ ਦੀ ਡਿਜ਼ਾਈਨਿੰਗ ਕੀਤੀ ਹੈ, ਕਈ ਬਾਥਰੂਮ ਡਿਜ਼ਾਈਨ ਕੀਤੇ, ਉਸ ਤੋਂ ਇਲਾਵਾ ਵੀ ਤੁਸੀਂ ਆਰਟਿਸਟ ਗੈਲਰੀ ਵਗੈਰਾ ਦੇ ਵੀ ਡਿਜ਼ਾਈਨਿੰਗ ਕੀਤੀ ਹੈ, ਤੇ ਤੁਸੀਂ ਕਿਸ ਤਰ੍ਹਾਂ ਇਸ ਪ੍ਰੋਫੈਸ਼ਨ ਦੇ ਵਿੱਚ ਆਏ? ਮੈਂ ਜੀ ਵੈਸੇ ਤਾਂ ਮੈਡੀਕਲ ਸਟੂਡੈਂਟ ਸੀ ਐਂਡ +2 ਤੱਕ ਮੈਂ ਮੈਡੀਕਲ ਕਰ ਰਹੀ ਸੀ ਐਂਡ ਆਈ ਵਾਂਟਡ ਟੂ ਬਿਕਮ ਅ ਕਾਰਡੀਓਲੋਜਿਸਟ। ਇਨਫੈਕਟ ਆਈ ਮੇਡ ਅ ਹਾਰਟ ਕਾ ਮਾਡਲ ਆਲਸੋ ਆਊਟ ਆਫ POP ਵਿਦ ਮਾਈ ਮਮ।
but I came to Chandigarh. My father was transferred in Patna at that time. I came to Chandigarh for my PMT. तो ਇੱਥੇ ਮੈਂ ਸੋਚਿਆ ਕਿ ਪਟਨਾ ਦੀ ਜਗ੍ਹਾ ਚੰਡੀਗੜ੍ਹ ਰਹਿ ਕੇ ਮੈਂ ਪੜ੍ਹਾਈ ਕਰਾਂ ਐਂਡ ਆਈ ਵਾਂਟਡ ਟੂ ਡੂ ਅ ਪਾਰਟ ਟਾਈਮ ਕ੍ਰੀਏਟਿਵ ਕੋਰਸ ਸੋ ਮੈਂ ਪਾਰਟ ਟਾਈਮ ਕ੍ਰੀਏਟਿਵ ਕੋਰਸ ਕਰਨਾ ਸ਼ੁਰੂ ਕੀਤਾ ਸੀ ਪਰ ਉਹੀ ਹੈ ਨਾ ਕਿਸਮਤ ਕਈ ਵਾਰ ਤੁਹਾਨੂੰ ਜਿੱਥੇ ਲੈ ਕੇ ਜਾਣਾ ਉੱਥੇ ਲੈ ਜਾਂਦੀ ਹੈ ਸੋ 12 years back I started doing a BSc degree in interior designing and since then I've been enjoying it. It was difficult initially to convince my family about it because ਤੁਹਾਨੂੰ realize ਹੋ ਰਿਹਾ ਹੈ ਕਿ 10-12 ਸਾਲ ਪਹਿਲਾਂ being an interior designer was not a very big thing and leaving medical was different and difficult also but it's been a very rewarding decision till date. ਬਿਲਕੁਲ ਅਸੀਂ ਉਹ ਦੇਖ ਹੀ ਰਹੇ ਹਾਂ ਤੁਸੀਂ ਸ਼ਾਨ ਅੰਦਰੂਨ ਖੋਲ ਲਿਆ ਤੇ ਹਾਂਜੀ। ਉੱਥੇ ਕਾਫੀ ਤਰੱਕੀ ਕਰ ਰਹੇ ਹੋ ਹਾਂਜੀ। ਤੇ ਤੁਸੀਂ ਟੀਚਿੰਗ ਵੀ ਕੁਝ ਦੇਰ ਕੀਤੀ ਇਸ ਦੀ ਹੀ ਟੀਚਿੰਗ ਕੀਤੀ ਹੈ ਤੇ ਉਹ ਕਿੱਦਾਂ ਦਾ ਐਕਸਪੀਰੀਅੰਸ ਰਿਹਾ ਤੁਹਾਡਾ ਬਹੁਤ ਵਧੀਆ ਰਿਹਾ ਜੀ ਉਹ ਵੀ ਮੈਂ ਐਕਸੀਡੈਂਟਲੀ ਚਲੀ ਗਈ ਮੇਰੀ ਸਿਸਟਰ ਹੈਗੀ ਹੈ ਉਹਨੇ ਸ਼ੀ ਵਾਸ ਸਟੱਡਿੰਗ ਇਨ MCM ਐਂਡ ਸ਼ੀ ਜਸਟ ਸੈਡ ਦੈਟ ਇੱਥੇ ਇੰਟੀਰੀਅਰ ਡਿਜ਼ਾਈਨਿੰਗ ਦਾ ਕੋਰਸ ਹੈ ਤੇ ਤੁਸੀਂ ਵਾਈ ਡੋਂਟ ਯੂ ਅਪਲਾਈ ਯੂ ਵਿਲ ਬੀ ਅ ਟੀਚਰ ਐਂਡ ਆਈ ਵਿਲ ਬੀ ਅ ਸਟੂਡੈਂਟ ਲਾਸਟ ਈਅਰ ਹੈ ਐਕਸੀਡੈਂਟਲੀ ਆਈ ਵੈਂਟ ਇਨਟੂ ਇਟ ਐਂਡ ਇਟਸ ਬੀਨ really beautiful. I didn't realize that how teaching can also uplift you. ਤੇ ਬਹੁਤ ਵਧੀਆ ਰਿਹਾ ਟੀਚਿੰਗ ਦਾ ਐਕਸਪੀਰੀਅੰਸ ਔਰ ਕਿਤੇ ਨਾ ਕਿਤੇ ਤੁਹਾਨੂੰ ਬਹੁਤ ਕੌਨਫੀਡੈਂਸ ਔਰ ਖੁਸ਼ੀ ਹੁੰਦੀ ਹੈ ਕਿ ਤੁਸੀਂ ਯੰਗਸਟਰਸ ਨੂੰ ਹੈਲਪ ਕਰ ਪਾ ਰਹੇ ਹੋ ਉਹਨਾਂ ਦੇ ਪੈਸ਼ਨ ਨੂੰ ਸਟੱਡੀ ਕਰਕੇ ਔਰ ਜਦੋਂ ਤੁਸੀਂ ਉਹਨਾਂ ਨਾਲ ਇੰਟਰੈਕਟ ਕਰਦੇ ਹੋ ਤੁਹਾਡੇ ਵੀ ਬਹੁਤ ਵਿੰਡੋਜ਼ ਖੁੱਲਦੀਆਂ ਨੇ ਬਿਕੋਜ਼ ਯੂ ਗੈਟ ਨਿਊ ਪਰਸਪੈਕਟਿਵਸ ਬੱਚੇ ਜਿਸ ਤਰੀਕੇ ਨਾਲ ਸੋਚਦੇ ਨੇ ਤੁਸੀਂ ਵੀ ਉਸ ਤਰੀਕੇ ਨਾਲ ਸੋਚਣ ਲੱਗਦੇ ਹੋ ਤਾਂ ਇਟ ਇਜ਼ ਵੈਰੀ ਗੁੱਡ ਮੋਟੀਵੇਟਿੰਗ ਥਿੰਗ ਇਨ ਫੈਕਟ ਆਫਟਰ ਲੀਵਿੰਗ ਮਾਈ ਕਾਲਜ for focusing on my brand I still work on classes I still give my student classes so it's a very rewarding experience you feel happy that you are adding or you are guiding people to take out their creativity in a more better way ਸਟੂਡੈਂਟਸ ਤੋਂ ਵੀ ਕਈ ਆਈਡੀਆਜ਼ ਮਿਲਦੇ ਹੋਣੇ ਤੁਹਾਨੂੰ ਬਿਲਕੁਲ ਜੀ ਬਿਲਕੁਲ they are ਅੱਜ ਕੱਲ੍ਹ ਦਾ ਯੂਥ ਤੋਂ ਵੈਸੇ ਵੀ ਬਹੁਤ ਓਪਨ ਹੈ ਬਹੁਤ ਅਵੇਅਰ ਹੈ ਚੀਜ਼ਾਂ ਤੇ ਸੋ ਅਸੀਂ ਤਾਂ ਗਾਈਡ ਜ਼ਰੂਰ ਕਰਦੇ ਹਾਂ ਪਰ ਉਹਨਾਂ ਤੋਂ ਵੀ ਕਈ ਵਾਰ ਇਹ ਚੀਜ਼ ਆਈਡੀਆਜ਼ ਮਿਲਦੇ ਨੇ that you feel really happy about it ਕਿ you've learned something new each day is a new experience with them ਤੇ ਇਸ ਫੀਲਡ ਦੇ ਵਿੱਚ ਜੇ ਮੌਕਿਆਂ ਦੀ ਗੱਲ ਕਰੀਏ ਤਾਂ ਪ੍ਰੋਫੈਸ਼ਨ ਦੇ ਤੌਰ ਤੇ ਕੀ ਅਵਸਰ ਨੇ ਅੱਜ ਕੱਲ੍ਹ ਦੇ ਟਾਈਮ 'ਤੇ ਜਿਹੜੀ ਪ੍ਰੋਫੈਸ਼ਨ ਵਿੱਚ ਬਹੁਤ ਤੀਵਰਤਾ ਨਾਲ ਬਹੁਤ ਚੀਜ਼ਾਂ ਆ ਰਹੀਆਂ ਨੇ ਬਹੁਤ ਸਟੋਰਸ ਆ ਗਏ ਨੇ ਖਾਸ ਕਰ ਚੰਡੀਗੜ੍ਹ ਜੇ ਗਰੋਇੰਗ ਸਿਟੀ ਹੈਗੀ ਹੈ ਇੱਥੇ ਇੰਟਰਨੈਸ਼ਨਲ ਕਨਸੈਪਟਸ ਆ ਰਹੇ ਨੇ ਸੋ ਇੰਟੀਰੀਅਰ ਡਿਜ਼ਾਈਨਿੰਗ ਇੱਕ ਵੱਡਾ ਵਰਡ ਹੈਗਾ ਇਹਦੇ ਵਿੱਚ ਵੀ ਬਹੁਤ ਕਲਾਸੀਫਿਕੇਸ਼ਨਸ ਹੈਗੀਆਂ ਨੇ ਸੋ ਜੋ ਬੱਚਾ ਜਿੱਥੇ ਇੰਟਰਸਟ ਹੋਏ ਜਿਵੇਂ ਅਗਰ ਫਰਨੀਚਰ ਡਿਜ਼ਾਈਨ ਹੈ ਲਾਈਟਿੰਗ ਡਿਜ਼ਾਈਨ ਹੈ ਲਾਈਟਿੰਗ ਡਿਜ਼ਾਈਨ ਦੇ ਆਪਣੇ ਕਨਸੈਪਟ ਸ਼ੋਰੂਮਸ ਖੁੱਲ੍ਹ ਗਏ ਨੇ ਮੈਨੂੰ ਇਨਕੁਆਇਰੀਜ਼ ਆਉਂਦੀਆਂ ਨੇ ਕਿ ਸਾਨੂੰ ਸਟੂਡੈਂਟਸ ਦਿਓ ਜੋ ਸਾਡੇ ਇੱਥੇ ਆ ਕੇ ਸਪੋਰਟ ਕਰ ਸਕਣ ਸੋ ਲਾਈਟਿੰਗ ਹੋ ਗਿਆ ਫਰਨਿਸ਼ਿੰਗਸ ਹੋ ਗਈਆਂ good stores are coming in and color consultancy is a very big thing so companies like Berger Paints and Dulux or Asian they want specific interior design students who can make their portfolios and strategies and everything so ਇਹ ਬਹੁਤ ਵੱਡੀ ਫੀਲਡ ਹੋ ਗਈ ਹੈ ਲੈਂਡਸਕੇਪ ਡਿਜ਼ਾਈਨਿੰਗ ਹੋ ਗਈ ਤੇ ਇਹਦੇ ਵਿੱਚ ਤੇ ਮਤਲਬ ਬ੍ਰਾਂਚੇਸ ਨੇ ਤੁਸੀਂ ਅਗਰ ਪੂਰਾ ਕਰਨਾ ਚਾਹੋ ਕਰ ਲਓ ਨਹੀਂ ਤੇ ਬ੍ਰਾਂਚੇਸ ਵਿੱਚ ਜਾ ਕੇ ਉੱਥੇ ਸਪੈਸ਼ਲਾਈਜੇਸ਼ਨ ਕਰ ਲਓ ਸਪੈਸ਼ਲਾਈਜੇਸ਼ਨਸ ਵੀ ਹੈਗੀਆਂ ਨੇ ਸਮ ਪੀਪਲ ਓਨਲੀ ਡੂ ਹਸਪਿਟੈਲਿਟੀ ਡਿਜ਼ਾਈਨ ਸਮ ਡੂ ਰਿਟੇਲ ਡਿਜ਼ਾਈਨ ਸਮ ਡੂ ਰੈਜ਼ੀਡੈਂਸ਼ੀਅਲ ਡਿਜ਼ਾਈਨਿੰਗ so there's a lot of opportunity and a lot of people are accepting this field in a more brighter and a more positive way now ਤੇ ਇੰਟੀਰੀਅਰ ਡਿਜ਼ਾਈਨਰ ਤੇ ਇੱਕ ਆਰਕੀਟੈਕਟ ਦੋ ਵੱਖਰੀਆਂ ਚੀਜ਼ਾਂ ਹੁੰਦੀਆਂ ਨੇ ਪਰ ਇਹਨੂੰ ਜਨਰਲੀ ਲੋਕ ਮਿਕਸ ਅਪ ਕਰ ਜਾਂਦੇ ਨੇ ਤੇ ਕੀ ਡਿਫਰੈਂਸ ਹੁੰਦਾ ਇਹਨਾਂ ਦੇ ਵਿੱਚ ਸੀ ਆਰਕੀਟੈਕਚਰ ਜਿਹੜੀ ਚੀਜ਼ ਹੈ ਉਹ ਹੈਗਾ ਹੈ ਬਿਲਡਿੰਗ ਦਾ ਸਟਰਕਚਰ ਖੜਾ ਕਰਨਾ ਉਹਨੂੰ ਇਨੋਵੇਟਿਵਲੀ ਚਾਹੇ ਤੁਸੀਂ ਦੇਖ ਲਓ ਅਬੂ ਧਾਬੀ ਦਾ ਹੋ ਗਿਆ ਜਾਂ DLF ਦੇ ਕਨਸੈਪਟਸ ਹੋ ਗਏ ਦੈਟ ਇਜ਼ ਐਨ ਇਨੋਵੇਸ਼ਨ ਇਨ ਦੀ ਸਟਰਕਚਰ so we are talking about building the load bearing part of the structure so it is a very evident part if architecture is there then interior designing is there it goes hand in hand but interior requires more personalization to design मतलब ਉੱਥੇ ਤੁਹਾਨੂੰ ਜ਼ਿਆਦਾ ਟਾਈਮ ਜ਼ਿਆਦਾ ਬਾਰੀਕੀਆਂ ਤੇ ਜ਼ਿਆਦਾ ਇਨਵੋਲਵਮੈਂਟ ਦੀ ਰਿਕੁਆਇਰਮੈਂਟ ਹੈਗੀ ਹੈ ਆਰਕੀਟੈਕਚਰ ਵਿੱਚ ਕਨਸੈਪਟ ਹੈ ਲੇਕਿਨ ਫਿਰ ਉਸ ਤੋਂ ਬਾਅਦ ਐਗਜ਼ੀਕਿਊਸ਼ਨ ਇਜ਼ ਔਨ ਦੀ ਟੀਮ ਐਂਡ ਦੀ ਆਰਕੀਟੈਕਟ ਕੈਨ ਸਰਵੇ ਇਟ on a regular basis. For an interior design project, it is far more involvement than an architect's involvement.
ਸਮਝ ਰਹੇ ਹੋ ਤੁਸੀਂ, ਮਤਲਬ ਕਿ ਤੁਸੀਂ ਬ੍ਰਿਕ ਦਾ ਦੱਸਤਾ ਕਿ ਜੀ ਇਹ ਬਿਲਡਿੰਗ ਇੰਨੇ ਬਾਏ ਇੰਨੇ ਦਾ, ਇਹ ਕਮਰਾ ਬਣਨਾ ਇੰਨੇ ਬਾਏ ਇਹ ਬਣਨਾ ਹੈ, ਤੇ ਉਹ ਫਿਰ ਬਾਕੀ ਠੇਕੇਦਾਰ ਦਾ ਕੰਮ ਹੈ ਤੇ ਲੇਬਰ ਦਾ ਕੰਮ ਹੈ ਉਹਨੂੰ ਖੜਾ ਕਰਨਾ, ਆਰਕੀਟੈਕਟ ਆ ਕੇ ਚੈੱਕ ਕਰ ਲਏਗਾ। ਇੰਟੀਰੀਅਰ ਡਿਜ਼ਾਈਨਿੰਗ ਵਿੱਚ ਹੈ ਕਿ ਤੁਸੀਂ ਫਾਲ ਸੀਲਿੰਗ ਬਣਾ ਰਹੇ ਹੋ ਜਾਂ ਫਲੋਰਿੰਗ ਵੀ ਬਣਾ ਰਹੇ ਹੋ, ਤੁਹਾਨੂੰ ਇੱਕ ਜਾ ਕੇ ਜੁਆਇੰਟ ਚੈੱਕ ਕਰਨਾ ਹੈ, ਤੁਹਾਨੂੰ ਦੇਖਣਾ ਤੁਹਾਡੀ ਸੀਲਿੰਗ ਜਿਸ ਤਰੀਕੇ ਨਾਲ ਤੁਸੀਂ ਬਣਵਾਈ ਹੈ, ਪੇਪਰ ਡਿਜ਼ਾਈਨ ਦਿੱਤਾ ਉਹ ਬੰਦਾ ਸਮਝ ਕੇ ਉਸ ਤਰੀਕੇ ਨਾਲ ਬਣਾ ਰਿਹਾ ਹੈ, ਕਿਹੜੀ ਟਾਈਲ ਕਿੱਥੋਂ ਸਿਲੈਕਟ ਕਰਨੀ ਹੈ, ਕਸਟਮਰ ਨੂੰ ਕਿੱਥੇ ਲੈ ਕੇ ਜਾਣਾ ਹੈ, ਕਿਸ ਟਾਈਪ ਦਾ ਫੈਬਰਿਕ ਕਰਾਉਣਾ ਹੈ। ਤਾਂ ਮਤਲਬ ਇਹ ਪ੍ਰੋਜੈਕਟ ਬਹੁਤ ਜ਼ਿਆਦਾ એનર્ਜੀ ਮੰਗਦਾ ਹੈ ਤੇ ਬਹੁਤ ਜ਼ਿਆਦਾ ਇਨਵੋਲਵਮੈਂਟ ਮੰਗਦਾ ਹੈ, ਪਰ ਹੈਗੇ ਦੋਨੋਂ ਇੰਟਰ ਰਿਲੇਟਡ ਨੇ। ਕਈ ਆਰਕੀਟੈਕਟਸ ਹੈਗੇ ਨੇ ਜਿਹੜੇ ਇੰਟੀਰੀਅਰ ਡਿਜ਼ਾਈਨਿੰਗ ਦੀ ਵੀ ਆਪਸ਼ਨ ਦਿੰਦੇ ਨੇ, ਤੇ ਇਟਸ ਅ ਨਾਈਸ ਕੋਲੈਬੋਰੇਸ਼ਨ ਵਿਦ ਆਰਕੀਟੈਕਟਸ ਟੂ। ਜਦੋਂ ਡਿਜ਼ਾਈਨਿੰਗ ਕਰਦੇ ਹੋ ਤੁਸੀਂ, ਕੋਈ ਤੁਹਾਨੂੰ ਸਪੇਸ ਦਿੱਤੀ ਗਈ ਕਿ ਤੁਸੀਂ ਇਸ ਜਗ੍ਹਾ ਤੇ ਡਿਜ਼ਾਈਨਿੰਗ ਕਰਨੀ ਹੈ, ਬਹੁਤ ਕ੍ਰੀਏਟਿਵ ਫੀਲਡ ਹੈ, ਤੇ ਤੁਹਾਡੇ ਦਿਮਾਗ 'ਚ ਪਹਿਲਾ ਖਿਆਲ ਕੀ ਆਉਂਦਾ ਹੈ? ਪਹਿਲਾ ਖਿਆਲ ਆਉਂਦਾ ਹੈ ਕਿ ਪਹਿਲਾਂ ਤਾਂ ਖੁਸ਼ੀ ਹੁੰਦੀ ਹੈ, ਹਰ ਇੱਕ ਨਵੀਂ ਜਗ੍ਹਾ ਦੇਖ ਕੇ ਤੁਹਾਡੀ ਐਸਪਾਇਰੇਸ਼ਨਸ ਹੋਰ ਨਿਕਲਦੀਆਂ ਨੇ, ਤੇ ਸਭ ਤੋਂ ਫਰਸਟ ਮਾਈਂਡ ਹੁੰਦਾ ਕਿ ਇਹ ਜਿਹੜਾ ਪ੍ਰੋਜੈਕਟ ਹੈ ਨਾ ਇਹ ਦੂਸਰਿਆਂ ਤੋਂ ਅਲੱਗ ਹੋਣਾ ਚਾਹੀਦਾ ਹੈ। ਸੋ ਯੂ ਮੋਟੀਵੇਟ ਯੋਰ ਸੈਲਫ ਐਂਡ ਦੈਨ ਯੂ ਅੰਡਰਸਟੈਂਡ ਵਾਟ ਇਜ਼ ਦੀ ਕਲਾਇੰਟਸ ਨੀਡ, ਵਾਟ ਕਨਸੈਪਟ ਦ ਕਲਾਇੰਟ ਵਾਂਟਸ, ਉਸ ਤੋਂ ਬਾਅਦ ਤੁਸੀਂ ਉਸ ਤਰ੍ਹਾਂ ਦੇ ਕੰਮ ਕਰਕੇ ਫਿਰ ਉਹਨੂੰ ਸਿਰੇ ਝਾੜਨ ਤੇ ਚੱਲ ਪੈਂਦੇ ਹੋ ਕਿ ਇਹਨੂੰ ਕਿੱਦਾਂ ਕਰਨਾ ਹੈ। ਬਿਲਕੁਲ, ਕਲਾਇੰਟ ਤੁਹਾਨੂੰ ਕਹੇ ਕਿ ਇਸ ਤਰ੍ਹਾਂ ਦਾ ਕਲਰ ਚਾਹੀਦਾ ਤਾਂ ਤੁਸੀਂ ਉਹੀ ਪ੍ਰੋਵਾਈਡ ਕਰ ਦਿੰਦੇ ਹੋ ਉਹਨਾਂ ਨੂੰ। ਅਸੀਂ ਹਾਂਜੀ, ਅਗਰ ਤਾਂ ਸਾਨੂੰ ਲੱਗਦਾ ਕਿ ਬਿਲਕੁਲ ਜੋ ਕਹਿ ਰਹੇ ਨੇ ਬਿਲਕੁਲ ਠੀਕ ਹੈ ਤੇ ਅਸੀਂ ਫਿਰ ਉਸ ਹਿਸਾਬ ਨਾਲ ਉਹਨਾਂ ਨੂੰ ਹੈਲਪ ਕਰ ਦਿੰਦੇ ਹਾਂ। ਪਰ ਕਈ ਵਾਰ ਅਗਰ ਸਾਨੂੰ ਲੱਗਦਾ ਕਿ ਨਹੀਂ, ਜਿਹੜਾ ਚੀਜ਼ ਕਹਿ ਰਹੇ ਨੇ ਚਾਹੇ ਕਲਰ ਹੋ ਚਾਹੇ ਕੋਈ ਹੋ, ਉਹ ਨਹੀਂ ਸੈੱਟ ਬੈਠੇਗੀ, ਫਿਰ ਅਸੀਂ ਕੋਸ਼ਿਸ਼ ਕਰਦੇ ਹਾਂ ਉਹਨਾਂ ਨੂੰ ਸਮਝਾਉਣ ਲਈ ਤੇ ਉਹਦੇ ਲਈ ਆਪਸ਼ਨਸ ਦਿੰਦੇ ਹਾਂ। ਐਂਡ ਉਹੀ ਹੈ ਕਿ ਇਹ ਨਾ ਟੂ ਐਂਡ ਫਰੋ ਪ੍ਰੋਸੈਸ ਹੈ। ਤੁਸੀਂ ਪਹਿਲੇ ਤਾਂ ਕਲਾਇੰਟ ਨੂੰ ਆਪਣੇ ਲੈਵਲ ਤੇ ਲੈ ਕੇ ਆਉਣਾ ਵੀ ਟਾਈਮ ਲੱਗਦਾ ਹੈ, ਉਹਨਾਂ ਦੀ ਪ੍ਰੈਫਰੈਂਸ ਸਮਝਣਾ, ਆਪਣੀ ਪ੍ਰੈਫਰੈਂਸ ਸਮਝਾਉਣਾ, ਤੇ ਉਹ ਇੱਕ ਪ੍ਰੋਸੈਸ ਹੈਗਾ। ਬਟ ਵੀ ਟਰਾਈ ਕਿ ਜੋ ਉਹਨਾਂ, ਬਿਕੋਜ਼ ਰਹਿਣਾ ਕਲਾਇੰਟ ਨੇ ਹੈਗਾ, ਚਾਹੇ ਘਰ ਹੋਏ ਚਾਹੇ ਆਫਿਸ ਹੋਏ, ਤੇ ਸਾਡੀ ਪਸੰਦ ਤੋਂ ਜ਼ਿਆਦਾ ਕਲਾਇੰਟ ਦੀ ਪਸੰਦ ਇਜ਼ ਮੋਰ ਇੰਪੋਰਟੈਂਟ। ਬਟ ਐਟ ਦ ਸੇਮ ਟਾਈਮ ਅਗਰ ਸਾਨੂੰ ਲੱਗਦਾ ਹੈ ਕਿ ਸਾਡੀ ਇਨਪੁਟ ਜ਼ਰੂਰੀ ਹੈ ਤੇ ਅਸੀਂ ਜ਼ਰੂਰ ਦਿੰਦੇ ਹਾਂ, ਫਿਰ ਜੋ ਵੀ ਤਾਲਮੇਲ ਨਾਲ ਨਿਕਲਦਾ ਫਿਰ ਅਸੀਂ ਉਹ। ਹੁਣ ਜੇ ਕਾਸਟ ਦੀ ਗੱਲ ਕਰੀਏ ਤਾਂ ਕਿੰਨੀ ਕੀਮਤ ਲੱਗਦੀ ਹੈ ਇਹਨਾਂ ਤੇ? ਕੀਮਤ ਦੀ ਬਹੁਤ ਸਬਜੈਕਟਿਵ ਹੋ ਗਿਆ ਅੱਜ ਕੱਲ੍ਹ ਕੁਐਸਚਨ। ਮਤਲਬ ਬਾਥਰੂਮ ਅਗਰ ਤੁਸੀਂ ਐਗਜ਼ਾਮਪਲ ਲੈ ਲਓ, ਬਾਥਰੂਮ ਅਸੀਂ ਅਗਰ ਇੱਕ ਬਾਥਰੂਮ 10 ਬਾਏ 8 ਦਾ ਵੀ ਬਣਾਉਂਦੇ ਹਾਂ ਤੇ ਉਹਦੇ ਵਿੱਚ ਅਸੀਂ ਲੱਖ ਰੁਪਏ 'ਚ ਵੀ ਕੰਮ ਕਰ ਸਕਦੇ ਹਾਂ, ਅਸੀਂ 4 ਲੱਖ 'ਚ ਵੀ ਕਰ ਸਕਦੇ ਹਾਂ, 10 ਲੱਖ 'ਚ ਵੀ ਕਰ ਸਕਦੇ ਹਾਂ। ਇਹ ਤੁਹਾਡੇ ਤੇ ਡਿਪੈਂਡ ਕਰਦਾ ਹੈ ਕਿੰਨਾ ਖਰਚ ਕਰਨਾ। ਹਾਂਜੀ, ਕਲਾਇੰਟ ਤੇ ਡਿਪੈਂਡ ਕਰਦਾ ਹੈ, ਕਿਉਂਕਿ ਬ੍ਰਾਂਡਸ ਹੈਗੇ ਨੇ, ਹਿੰਦਵੇਅਰ ਆਪਣਾ ਲੋਕਲ ਬ੍ਰਾਂਡ ਹੈ, ਉਹ 'ਤੇ ਵੀ ਬਹੁਤ ਇਨੋਵੇਟਿਵ ਪ੍ਰੋਡਕਟਸ ਨੇ। ਜੌਨਸਨ ਬ੍ਰਾਂਡ ਹੈ, ਉਹ ਵੀ ਬਹੁਤ ਵਧੀਆ ਪ੍ਰੋਡਕਟਸ ਦਿੰਦਾ ਹੈ। ਫਿਰ ਤੁਹਾਡੇ ਕੋਲ ਰੋਕਾ ਵੀ ਹੈਗਾ, ਜੈਗੁਆਰ ਵੀ ਹੈਗਾ। ਸੋ ਡਿਪੈਂਡ ਕਰਦਾ ਹੈ ਕਿ ਤੁਸੀਂ ਕਿਸ ਟਾਈਪ ਦੀ, ਮਤਲਬ ਅਗਰ ਤੁਸੀਂ ਰੋਕਾ ਦੀ ਇੱਕ WC ਲੈ ਲਓ ਜਾਂ ਵਾਸ਼ ਬੇਸਿਨ ਲੈ ਲਓ, ਉਹ ਤੁਹਾਨੂੰ 25,000 40,000 ਦਾ ਵੀ ਪੈ ਸਕਦਾ ਹੈ। ਤੁਸੀਂ ਉਹੀ ਚੀਜ਼ ਹਿੰਦਵੇਅਰ ਜਾਂ ਜੌਨਸਨ 'ਚ ਲਓਗੇ, ਤੁਹਾਨੂੰ 50% ਕਾਸਟ ਮਿਲ ਜਾਏਗਾ। So it depends what is the client's need. So budget is a very important thing for the client to give us, to give the right options. ਪਹਿਲਾਂ options ਘੱਟ ਸੀਗੀਆਂ, ਅੱਜ ਤੇ options ਦੀ ਕੋਈ ਹੱਦ ਹੀ ਨਹੀਂ ਹੈਗੀ। So we need to know the budget to give them a good deal in it. So everything is available. If somebody wants economical, as ਜਿੰਨਾ ਪੈਸਾ ਲਗਾਓਗੇ ਉਨੀ ਖੂਬਸੂਰਤੀ ਮਿਲੇਗੀ। ਨਾ ਘੱਟ ਵੀ ਲਗਾਓਗੇ ਤਾਂ ਕੋਈ ਗੱਲ ਨਹੀਂ, ਉੱਥੇ ਵੀ ਮਿਲ ਜਾਏਗੀ, ਬਟ ਇਟ ਇਜ਼ your own personal comfort and choice. ਗੁਰਜੋਤ, ਤੁਸੀਂ ਸਾਡੇ ਸਟੂਡੀਓ 'ਚ ਆਏ, ਤੁਹਾਡਾ ਬਹੁਤ ਬਹੁਤ ਧੰਨਵਾਦ। ਥੈਂਕ ਯੂ ਜੀ। ਜਾਗੋ ਪੰਜਾਬ ਦੇ ਸ਼ੋਅ ਦੇ ਵਿੱਚ ਅੱਜ ਦੇ ਲਈ ਬਸ ਇੰਨਾ ਹੀ। ਕੱਲ ਇੱਕ ਨਵੀਂ ਸ਼ਖਸੀਅਤ ਅਤੇ ਇੱਕ ਨਵੇਂ ਮੁੱਦੇ ਦੇ ਨਾਲ ਮੁੜ ਹਾਜ਼ਰ ਹੋਵਾਂਗੇ। ਇਹ ਸ਼ੋਅ ਤੁਹਾਨੂੰ ਕਿਹੋ ਜਿਹਾ ਲੱਗਿਆ ਸਾਨੂੰ ਲਿਖਣਾ ਨਾ ਭੁੱਲਿਓ editor@dayandnightnews.com ਤੇ। ਤਦ ਤੱਕ ਲਈ ਇਜਾਜ਼ਤ ਦਿਓ, ਧੰਨਵਾਦ। ਖਬਰਾਂ ਦੀ ਦੁਨੀਆ ਵਿੱਚ ਆਓ, ਸਾਡੇ ਨਾਲ ਕਦੇ ਵੀ ਤੇ ਕਿਤੋਂ ਵੀ ਜੁੜੋ। ਆਪਾਂ ਮਿਲਾਂਗੇ ਫੇਸਬੁੱਕ ਤੇ, ਅਸੀਂ ਦਿਖਾਂਗੇ YouTube ਤੇ, ਸਾਨੂੰ ਫੋਲੋ ਕਰੋ ਟਵਿੱਟਰ ਤੇ। ਖਬਰਾਂ ਨਾਲ ਜੁੜੇ ਰਹੋ ਦਿਨ ਰਾਤ।